ਡੇਵਿਡ ਜੇ ਸ਼ਵਾਰਜ਼ ਦੀ ਪੁਸਤਕ ਵੱਡੀ ਸੋਚ ਦਾ ਵੱਡਾ ਜਾਦੂ ਦਾ ਅਗਲਾ ਅੰਗ ਹੈ ਵਿਸ਼ਵਾਸ ਦੀ ਸ਼ਕਤੀ ਦੇ ਸਹਾਰੇ ਸਫਲਤਾ ਤੱਕ ਪੁੱਜੋ। ਤੁਹਾਡਾ ਦਿਮਾਗ ਵਿਚਾਰਾਂ ਦੀ ਫੈਕਟਰੀ ਹੈ। ਇਹ ਇੱਕ ਵਿਅਸਤ ਫੈਕਟਰੀ ਹੈ ਜਿਹੜੀ ਇੱਕ ਦਿਨ 'ਚ ਅਣਗਿਣਤ ਵਿਚਾਰਾਂ ਨੂੰ ਪੈਦਾ ਕਰਦੀ ਹੈ। ਤੁਹਾਡੇ ਵਿਚਾਰਾਂ ਦੀ ਇਸ ਫੈਕਟਰੀ ਅੰਦਰ ਪੈਦਾਵਾਰ ਦੇ ਇੰਚਾਰਜ 2 ਫੋਰਮੈਨ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਜਨਾਬ ਜੇਤੂ ਤੇ ਦੂਜੇ ਨੂੰ ਜਨਾਬ ਹਾਰੂ ਦਾ ਨਾਮ ਦੇਵਾਂਗੇ। ਜਨਾਬ ਜੇਤੂ ਸਕਾਰਾਤਮਕ ਵਿਚਾਰਾਂ ਦੇ ਨਿਰਮਾਣ ਦੇ ਇੰਚਾਰਜ ਹਨ। ਉਹਨਾਂ ਦੀ ਮੁਹਾਰਤ ਇਸ ਤਰ੍ਹਾਂ ਦੇ ਕਾਰਨ ਦੇਣ 'ਚ ਹੈ ਕਿ ਤੁਸੀਂ ਕਿਉਂ ਸਫਲ ਹੋ ਸਕਦੇ ਹੋ, ਤੁਹਾਡੇ ਵਿੱਚ ਇਸ ਕੰਮ ਦੀ ਕਾਬਲੀਅਤ ਕਿਉਂ ਹੈ ਤੇ ਤੁਸੀਂ ਇਸ ਵਿੱਚ ਸਫਲ ਕਿਉਂ ਹੋਵੋਗੇ। ਦੂਜੇ ਫੋਰਮੈਨ ਜਨਾਬ ਹਾਰੂ ਨਕਾਰਾਤਮਕ ਕੰਮ ਤੋਂ ਜੀ ਚੁਰਾਊ ਦੇ ਵਿਚਾਰਾਂ ਨੂੰ ਪੈਦਾ ਕਰਦਾ ਹੈ। ਇਹ ਫੋਰਮੈਨ ਇਸ ਤਰ੍ਹਾਂ ਦੇ ਬਹਾਨੇ ਲੱਭਣ ਵਿੱਚ ਮੁਹਾਰਤ ਰੱਖਦਾ ਹੈ ਕਿ ਤੁਸੀਂ ਕੋਈ ਕੰਮ ਕਿਉਂ ਨਹੀਂ ਕਰ ਸਕਦੇ, ਕਿ ਤੁਸੀਂ ਕਿਉਂ ਕਮਜ਼ੋਰ ਹੋ, ਕਿ ਤੁਸੀਂ ਕਿਉਂ ਅਸਮਰਥ ਹੋ। ਉਹਦੀ ਮੁਹਾਰਤ ਇਸ ਤਰ੍ਹਾਂ ਦੇ ਵਿਚਾਰਾਂ ਦੀ ਲੜੀ ਲੱਭਣ ਵਿੱਚ ਹੈ ਕਿ ਤੁਸੀਂ ਕਿਉਂ ਅਸਫਲ ਹੋ ਜਾਓਗੇ। ਜਨਾਬ ਜੇਤੂ ਤੇ ਜਨਾਬ ਹਾਰੂ ਦੋਵੇਂ ਬੜੇ ਆਗਿਆਕਾਰੀ ਹੁੰਦੇ ਹਨ। ਉਹ ਤੁਰੰਤ ਹੀ ਤੁਹਾਡੀ ਗੱਲ ਤੇ ਧਿਆਨ ਦਿੰਦੇ ਹਨ। ਤੁਹਾਨੂੰ ਦੋਨਾਂ ਚੋਂ ਕਿਸੇ ਵੀ ਫੋਰਮੈਨ ਨੂੰ ਦਿਮਾਗੀ ਤੌਰ ਤੇ ਸਿਰਫ ਇਸ਼ਾਰਾ ਕਰਨ ਦੀ ਲੋੜ ਹੈ। ਜੇਕਰ ਇਸ਼ਾਰਾ ਸਕਾਰਾਤਮਕ ਹੁੰਦਾ ਹੈ ਤਾਂ ਜਨਾਬ ਜੇਤੂ ਅੱਗੇ ਆ ਜਾਣਗੇ ਤੇ ਕੰਮ 'ਚ ਜੁਟ ਜਾਣਗੇ। ਇਸੇ ਤਰ੍ਹਾਂ ਨਕਾਰਾਤਮਕ ਇਸ਼ਾਰਾ ਵੇਖਦੇ ਹੀ ਜਨਾਬ ਹਾਰੂ ਕਿਰਿਆਸ਼ੀਲ ਹੋ ਜਾਂਦੇ ਹਨ। ਦੋਵੇਂ ਫੋਰਮੈਨ ਤੁਹਾਡੇ ਲਈ ਕਿਸ ਤਰ੍ਹਾਂ ਕੰਮ ਕਰਦੇ ਹਨ, ਇਹਨੂੰ ਤੁਸੀਂ ਅਜ਼ਮਾ ਕੇ ਦੇਖੋ। ਆਪਣੇ ਆਪ ਨੂੰ ਕਹੋ ਅੱਜ ਤਾਂ ਬੜਾ ਹੀ ਬੁਰਾ ਦਿਨ ਹੈ। ਇਸ ਤੋਂ ਜਨਾਬ ਹਾਰੂ ਹਰਕਤ 'ਚ ਆ ਜਾਣਗੇ ਤੇ ਉਹ ਤੁਹਾਨੂੰ ਠੀਕ ਸਾਬਤ ਕਰਨ ਲਈ ਕੁਝ ਤੱਥਾਂ ਨੂੰ ਪੈਦਾ ਕਰ ਦੇਣਗੇ। ਉਹ ਤੁਹਾਨੂੰ ਇਹ ਸੁਝਾਅ ਦੇਣਗੇ ਕਿ ਮੌਸਮ ਜ਼ਿਆਦਾ ਗਰਮ ਹੈ ਜਾਂ ਜ਼ਿਆਦਾ ਠੰਡਾ, ਅੱਜ ਬਿਜ਼ਨਸ ਬੁਰਾ ਰਹੇਗਾ, ਵਿਕਰੀ ਘੱਟ ਹੋਏਗੀ, ਦੂਜੇ ਲੋਕ ਚਿੜਚਿੜੇ ਰਹਿਣਗੇ, ਤੁਸੀਂ ਬਿਮਾਰ ਪੈ ਸਕਦੇ ਹੋ, ਤੁਹਾਡੀ ਪਤਨੀ ਅੱਜ ਕਿਸੇ ਵੀ ਗੱਲ ਦਾ ਬਤੰਗੜ ਬਣਾ ਦੇਗੀ। ਜਨਾਬ ਹਾਰੂ ਬੇਹੱਦ ਸਮਰੱਥ ਹੁੰਦੇ ਹਨ। ਉਹ ਕੁਝ ਮਿੰਟਾਂ 'ਚ ਹੀ ਤੁਹਾਨੂੰ ਭਰੋਸਾ ਦਵਾ ਦਿੰਦੇ ਹਨ ਕਿ ਅੱਜ ਦਾ ਦਿਨ ਸੱਚਮੁੱਚ ਬੜਾ ਬੁਰਾ ਹੈ ਤੇ ਤੁਹਾਡਾ ਦਿਨ ਸੱਚਮੁੱਚ ਹੀ ਬੁਰਾ ਸਾਬਤ ਹੁੰਦਾ ਹੈ। ਪਰ ਆਪਣੇ ਆਪ ਨੂੰ ਕਹੋ ਅੱਜ ਕਿੰਨਾ ਵਧੀਆ ਦਿਨ ਹੈ ਤੇ ਤੁਰੰਤ ਹੀ ਜਨਾਬ ਜੇਤੂ ਹਰਕਤ 'ਚ ਆ ਜਾਣਗੇ। ਉਹ ਤੁਹਾਨੂੰ ਦੱਸਣਗੇ ਅੱਜ ਸ਼ਾਨਦਾਰ ਮੌਸਮ ਹੈ, ਖੁਸ਼ੀ ਦਾ ਮਾਹੌਲ ਹੈ, ਅੱਜ ਤੁਸੀਂ ਜੋ ਵੀ ਕੰਮ ਕਰੋਗੇ ਵਧੀਆ ਹੋਏਗਾ ਤੇ ਤੁਸੀਂ ਨਿਸ਼ਚਿਤ ਤੌਰ ਤੇ ਸਫਲ ਹੋਵੋਗੇ ਤੇ ਤੁਹਾਡਾ ਉਹ ਦਿਨ ਸੱਚਮੁੱਚ ਬਹੁਤ ਵਧੀਆ ਗੁਜ਼ਰਦਾ ਹੈ। ਇਸੇ ਤਰ੍ਹਾਂ ਜਨਾਬ ਹਾਰੂ ਤੁਹਾਨੂੰ ਇਹ ਦੱਸਦੇ ਹਨ ਕਿ ਤੁਸੀਂ ਮਿਸਟਰ ਸਮਿਥ ਨੂੰ ਮਾਲ ਕਿਉਂ ਨਹੀਂ ਵੇਚ ਸਕਦੇ, ਜਦੋਂ ਕਿ ਜਨਾਬ ਜੇਤੂ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਮਿਸਟਰ ਸਮਿਥ ਨੂੰ ਮਾਲ ਕਿਸ ਤਰ੍ਹਾਂ ਵੇਚ ਸਕਦੇ ਹੋ। ਜਨਾਬ ਹਾਰੂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਤੁਸੀਂ ਅਸਫਲ ਹੋ ਜਾਓਗੇ, ਜਦੋਂ ਕਿ ਜਨਾਬ ਜੇਤੂ ਤੁਹਾਨੂੰ ਇਹ ਭਰੋਸਾ ਦਿੰਦੇ ਹਨ ਕਿ ਤੁਸੀਂ ਕਿਉਂ ਸਫਲ ਹੋਵੋਗੇ। ਜਨਾਬ ਹਾਰੂ ਟੌਮ ਨੂੰ ਨਾਪਸੰਦ ਕਰਨ ਦੇ ਕਈ ਕਾਰਨ ਗਿਣਾ ਦੇਣਗੇ, ਜਦ ਕਿ ਜਨਾਬ ਜੇਤੂ ਟੌਮ ਨੂੰ ਪਸੰਦ ਕਰਨ ਦੇ ਕਈ ਕਾਰਨ। ਤੁਸੀਂ ਇਹਨਾਂ ਦੋਨੋਂ ਫੋਰਮੈਨਾਂ ਵਿੱਚੋਂ ਜਿਹਨੂੰ ਜ਼ਿਆਦਾ ਕੰਮ ਦਿਓਗੇ ਓਨਾ ਹੀ ਤਾਕਤਵਰ ਬਣਦਾ ਜਾਏਗਾ। ਜੇਕਰ ਜਨਾਬ ਹਾਰੂ ਨੂੰ ਜ਼ਿਆਦਾ ਕੰਮ ਦਿੱਤਾ ਗਿਆ ਤਾਂ ਉਹ ਆਪਣੇ ਵਰਕਰਾਂ ਦੀ ਗਿਣਤੀ ਵਧਾ ਲਏਗਾ ਤੇ ਤੁਹਾਡੇ ਦਿਮਾਗ ਦੇ ਜ਼ਿਆਦਾਤਰ ਹਿੱਸੇ ਤੇ ਕਬਜ਼ਾ ਕਰ ਲਏਗਾ। ਇੱਕ ਦਿਨ ਇਹੋ ਜਿਹਾ ਆਏਗਾ ਜਦੋਂ ਤੁਹਾਡੇ ਦਿਮਾਗ ਦੇ ਵਿਚਾਰਾਂ ਦੀ ਸਾਰੀ ਪੈਦਾਵਾਰ ਆਪਣੇ ਹੱਥਾਂ 'ਚ ਲੈ ਲਏਗਾ ਤੇ ਇਸ ਤੋਂ ਬਾਅਦ ਤੁਹਾਡੀ ਸੋਚ ਪੂਰੀ ਤਰ੍ਹਾਂ ਨਕਾਰਾਤਮਕ ਹੋ ਜਾਏਗੀ। ਸਿਆਣਪ ਇਸੇ ਵਿੱਚ ਹੈ ਕਿ ਤੁਸੀਂ ਜਨਾਬ ਹਾਰੂ ਨੂੰ ਫੌਰਨ ਨੌਕਰੀ ਤੋਂ ਕੱਢ ਦਿਓ। ਤੁਹਾਨੂੰ ਉਹਨਾਂ ਦੀ ਲੋੜ ਨਹੀਂ ਹੈ, ਤੁਹਾਨੂੰ ਉਹਨਾਂ ਦੀ ਸਲਾਹ ਦੀ ਲੋੜ ਨਹੀਂ ਹੈ ਕਿ ਤੁਸੀਂ ਕੋਈ ਕੰਮ ਕਿਉਂ ਨਹੀਂ ਕਰ ਸਕਦੇ, ਤੁਸੀਂ ਕਿਉਂ ਅਸਮਰਥ ਹੋ ਤੇ ਤੁਸੀਂ ਕਿਉਂ ਅਸਫਲ ਹੋ ਜਾਓਗੇ। ਜਿੱਥੇ ਤੁਸੀਂ ਪੁੱਜਣਾ ਚਾਹੁੰਦੇ ਹੋ ਉੱਥੇ ਪਹੁੰਚਾਉਣ 'ਚ ਜਨਾਬ ਹਾਰੂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ। ਇਸ ਲਈ ਜਨਾਬ ਹਾਰੂ ਨੂੰ ਤੁਸੀਂ ਧੱਕੇ ਮਾਰ ਕੇ ਆਪਣੇ ਦਿਮਾਗ ਦੀ ਫੈਕਟਰੀ 'ਚੋਂ ਬਾਹਰ ਕੱਢ ਦਿਓ। ਸਾਰਾ ਸਮਾਂ ਜਨਾਬ ਜੇਤੂ ਤੋਂ ਹੀ ਕੰਮ ਲਓ। ਜਦ ਵੀ ਤੁਹਾਡੇ ਦਿਮਾਗ 'ਚ ਕੋਈ ਵਿਚਾਰ ਆਏ ਤਾਂ ਜਨਾਬ ਜੇਤੂ ਨੂੰ ਹੀ ਉਹ ਕੰਮ ਕਰਨ ਲਈ ਸੌਂਪੋ। ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕਿਸ ਤਰ੍ਹਾਂ ਸਫਲ ਹੋ ਸਕਦੇ ਹੋ। ਅਗਲੇ 24 ਘੰਟਿਆਂ ਅੰਦਰ ਅਮਰੀਕਾ ਵਿੱਚ 11,500 ਨਵੇਂ ਗਾਹਕ ਆ ਜਾਣਗੇ। ਜਨਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਅਗਲੇ 10 ਸਾਲਾਂ ਅੰਦਰ 3.5 ਕਰੋੜ ਲੋਕਾਂ ਦੀ बढ़ोतरी की संभावना है। ਇਹਦਾ ਅਰਥ ਹੈ ਕਿ 5 बड़े शहरों की वर्तमान जनसंख्या
ਨਿਊਯਾਰਕ, ਸ਼ਿਕਾਗੋ, ਲਾਸ ਐਂਜਲਸ, ਡੈਟਰੋਇਟ ਤੇ ਫਿਲਾਡੈਲਫੀਆ। ਕਲਪਨਾ ਕਰੋ, ਨਵੇਂ ਉਦਯੋਗ, ਨਵੀਆਂ ਵਿਗਿਆਨਕ ਖੋਜਾਂ, ਵੱਧਦੇ ਹੋਏ ਬਾਜ਼ਾਰ, ਹਰ ਪਾਸੇ ਮੌਕੇ ਹੀ ਮੌਕੇ ਹਨ। ਇਹ ਚੰਗੀ ਖਬਰ ਹੈ। ਜ਼ਿੰਦਾ ਰਹਿਣ ਲਈ ਅਦਭੁਤ ਅਵਸਰ ਹੈ। ਹਰ ਖੇਤਰ ਵਿੱਚ ਇਹੋ ਜਿਹੇ ਮੌਕੇ ਬਿਖਰੇ ਪਏ ਹਨ ਜਿੱਥੇ ਸਿਖਰ ਤੇ ਪੁੱਜੇ ਹੋਏ ਲੋਕਾਂ ਦੀ ਮੰਗ ਹੈ। ਉਹਨਾਂ ਲੋਕਾਂ ਦੀ ਜਿਨ੍ਹਾਂ 'ਚ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਭ ਤੋਂ ਵੱਧ ਯੋਗਤਾ ਹੈ, ਜੋ ਦੂਜਿਆਂ ਨੂੰ ਗਾਈਡ ਕਰ ਸਕਦੇ ਹਨ, ਜੋ ਉਹਨਾਂ ਦੇ ਲੀਡਰ ਬਣ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ। ਤੇ ਜਿਹੜੇ ਲੋਕ ਇਹੋ ਜਿਹੇ ਲੀਡਰ ਬਣਨਗੇ ਉਹ ਸਾਡੇ ਅੱਜ ਦੇ ਨੌਜਵਾਨ ਹਨ ਜਾਂ ਨੌਜਵਾਨ ਹੋਣ ਵਾਲੇ ਹਨ। ਉਹਨਾਂ 'ਚ ਇੱਕ ਤੁਸੀਂ ਵੀ ਹੋ ਸਕਦੇ ਹੋ। ਆਰਥਿਕ ਵਿਵਸਥਾ ਵਿੱਚ ਉਛਾਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਨਿੱਜੀ ਰੂਪ ਤੋਂ ਸਫਲ ਹੋ ਹੀ ਜਾਓਗੇ। ਦੇਖਿਆ ਜਾਏ ਤਾਂ ਅਮਰੀਕੀ ਅਰਥ ਵਿਵਸਥਾ 'ਚ ਤੇਜ਼ੀ ਹਮੇਸ਼ਾ ਹੀ ਰਹੀ ਹੈ, ਪਰ ਇਸ ਤੋਂ ਬਾਅਦ ਵੀ ਲੱਖਾਂ ਕਰੋੜਾਂ ਲੋਕ ਸੰਘਰਸ਼ ਕਰਦੇ ਰਹਿੰਦੇ ਹਨ ਤੇ ਸਫਲ ਨਹੀਂ ਹੋ ਸਕਦੇ। ਜ਼ਿਆਦਾਤਰ ਲੋਕ ਔਸਤ ਜ਼ਿੰਦਗੀ ਦੇ ਦਲਦਲ 'ਚ ਹੀ ਫਸੇ ਰਹਿੰਦੇ ਹਨ ਤੇ ਪਿਛਲੇ 2 ਦਹਾਕਿਆਂ 'ਚ ਲਗਾਤਾਰ ਚੱਲ ਰਹੇ ਰਿਕਾਰਡ ਮੌਕਿਆਂ ਦਾ ਲਾਭ ਨਹੀਂ ਉਠਾ ਪਾਉਂਦੇ ਤੇ ਅੱਗੇ ਆਉਣ ਵਾਲੇ ਚੰਗੇ ਸਮੇਂ ਵਿੱਚ ਵੀ ਜ਼ਿਆਦਾਤਰ ਲੋਕ ਚਿੰਤਾ ਹੀ ਕਰਦੇ ਰਹਿਣਗੇ, ਡਰਦੇ ਹੀ ਰਹਿਣਗੇ, ਜ਼ਿੰਦਗੀ ਭਰ ਆਪਣੇ ਆਪ ਨੂੰ ਅਯੋਗ ਮੰਨਦੇ ਹੋਏ ਘਿਸੜਦੇ ਹੀ ਰਹਿਣਗੇ ਤੇ ਉਹ ਕੰਮ ਨਹੀਂ ਕਰ ਪਾਉਣਗੇ ਜਿਨ੍ਹਾਂ ਨੂੰ ਉਹ ਕਰਨਾ ਚਾਹੁੰਦੇ ਹਨ। ਇਹਦਾ ਨਤੀਜਾ ਇਹ ਹੋਏਗਾ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਬਦਲੇ ਘੱਟ ਤਨਖਾਹ ਹੀ ਮਿਲੇਗੀ। ਉਹਨਾਂ ਦੀਆਂ ਖੁਸ਼ੀਆਂ ਛੋਟੀਆਂ ਹੀ ਰਹਿਣਗੀਆਂ। ਜਿਹੜੇ ਲੋਕ ਮੌਕਿਆਂ ਦਾ ਭਰਪੂਰ ਫਾਇਦਾ ਉਠਾਉਂਦੇ ਹਨ, ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਉਹਨਾਂ ਲੋਕਾਂ 'ਚੋਂ ਇੱਕ ਹੋ ਸਕਦੇ ਹੋ, ਕਿਉਂਕਿ ਜੇਕਰ ਇਸ ਤਰ੍ਹਾਂ ਨਾ ਹੁੰਦਾ ਤਾਂ ਤੁਸੀਂ ਇਸ ਪੁਸਤਕ ਨੂੰ ਪੜ੍ਹਨ ਦੀ ਬਜਾਏ ਜਾਂ ਸੁਣਨ ਦੀ ਬਜਾਏ ਨਸੀਬ ਦੇ ਭਰੋਸੇ ਤੇ ਬੈਠੇ ਹੁੰਦੇ। ਉਹ ਇਹੋ ਜਿਹੇ ਸਮਝਦਾਰ ਲੋਕ ਹੋਣਗੇ ਜੋ ਇਹ ਸਿੱਖ ਲੈਣਗੇ ਕਿ ਵੱਡੀ ਸੋਚ ਦੇ ਸਹਾਰੇ ਆਪਣੇ ਆਪ ਨੂੰ ਸਫਲਤਾ ਦੇ ਰਾਹ ਤੇ ਕਿਸ ਤਰ੍ਹਾਂ ਲੈ ਜਾਇਆ ਜਾ ਸਕਦਾ ਹੈ। ਅੰਦਰ ਚਲੇ ਆਓ। ਸਫਲਤਾ ਦਾ ਦਰਵਾਜ਼ਾ ਅੱਜ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖੁੱਲ੍ਹਾ ਹੋਇਆ ਹੈ। ਇਹ ਪੱਕਾ ਕਰ ਲਓ ਕਿ ਤੁਸੀਂ ਵੀ ਸਫਲ ਲੋਕਾਂ ਦੇ ਸਮੂਹ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਆਪਣੀ ਮਨਪਸੰਦ ਚੀਜ਼ ਹਾਸਲ ਕਰਨਾ ਚਾਹੁੰਦੇ ਹੋ। ਸਫਲਤਾ ਵੱਲ ਤੁਹਾਡਾ ਪਹਿਲਾ ਕਦਮ ਹੋਏਗਾ। ਇਹ ਇੱਕ ਬੁਨਿਆਦੀ ਕਦਮ ਹੈ। ਇਸ ਕਦਮ ਨੂੰ ਉਠਾਏ ਬਗੈਰ ਕੰਮ ਨਹੀਂ ਚੱਲੇਗਾ। ਪਹਿਲਾ ਕਦਮ ਆਪਣੇ ਆਪ ਤੇ ਵਿਸ਼ਵਾਸ ਕਰੋ। ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ। ਵਿਸ਼ਵਾਸ ਦੀ ਸ਼ਕਤੀ ਨੂੰ ਕਿਵੇਂ ਵਿਕਸਿਤ ਕਰੀਏ? ਵਿਸ਼ਵਾਸ ਦੀ ਸ਼ਕਤੀ ਨੂੰ ਹਾਸਲ ਕਰਨ ਤੇ ਵਿਸ਼ਵਾਸ ਨੂੰ ਦ੍ਰਿੜ ਕਰਨ ਖਾਤਰ 3 ਉਪਾਅ ਕੀਤੇ ਜਾ ਸਕਦੇ ਹਨ। ਪਹਿਲਾ, ਸਫਲਤਾ ਦੀ ਗੱਲ ਸੋਚੋ, ਅਸਫਲਤਾ ਦੀ ਗੱਲ ਨਹੀਂ। ਨੌਕਰੀ ਜਾਂ ਘਰ 'ਚ ਅਸਫਲਤਾ ਦੀ ਜਗ੍ਹਾ ਸਫਲਤਾ ਬਾਰੇ ਹੀ ਸੋਚੋ। ਜਦ ਤੁਹਾਡੇ ਸਾਹਮਣੇ ਕੋਈ ਮੁਸ਼ਕਿਲ ਹਾਲਾਤ ਆ ਜਾਣ ਤਾਂ ਸੋਚੋ ਮੈਂ ਜਿੱਤ ਜਾਵਾਂਗਾ। ਇਹ ਨਾ ਸੋਚੋ ਸ਼ਾਇਦ ਮੈਂ ਹਾਰ ਜਾਵਾਂਗਾ। ਜਦੋਂ ਤੁਸੀਂ ਕਿਸੇ ਨਾਲ ਮੁਕਾਬਲਾ ਕਰੋ ਤਾਂ ਸੋਚੋ ਮੈਂ ਸਰਵ ਸ੍ਰੇਸ਼ਟ ਹਾਂ। ਇਹ ਨਾ ਸੋਚੋ ਕਿ ਮੈਂ ਉਹਦੇ ਜਿੰਨਾ ਕਾਬਲ ਨਹੀਂ ਹਾਂ। ਜਦੋਂ ਮੌਕਾ ਨਜ਼ਰ ਆਏ ਤਾਂ ਸੋਚੋ ਮੈਂ ਇਹ ਕਰ ਸਕਦਾ। ਇਹ ਨਾ ਸੋਚੋ ਮੈਂ ਇਹਨੂੰ ਨਹੀਂ ਕਰ ਸਕਦਾ। ਆਪਣੇ ਚਿੰਤਨ ਦੀ ਪ੍ਰਕਿਰਿਆ ਤੇ ਇਸ ਵਿਚਾਰ ਨੂੰ ਹਾਵੀ ਹੋ ਜਾਣ ਦਿਓ, ਮੈਂ ਸਫਲ ਹੋ ਕੇ ਦਿਖਾਵਾਂਗਾ। ਸਫਲਤਾ ਬਾਰੇ ਸੋਚਣ ਨਾਲ ਤੁਹਾਡਾ ਦਿਮਾਗ ਇਹੋ ਜਿਹੀ ਯੋਜਨਾ ਬਣਾ ਲੈਂਦਾ ਹੈ ਜਿਸ ਨਾਲ ਤੁਹਾਨੂੰ ਸਫਲਤਾ ਮਿਲਦੀ ਹੈ। ਅਸਫਲਤਾ ਬਾਰੇ ਸੋਚਣ ਨਾਲ ਇਸ ਤੋਂ ਠੀਕ ਉਲਟਾ ਹੁੰਦਾ ਹੈ। ਅਸਫਲਤਾ ਬਾਰੇ ਸੋਚਣ ਨਾਲ ਤੁਹਾਡਾ ਦਿਮਾਗ ਇਹੋ ਜਿਹੇ ਵਿਚਾਰ ਸੋਚਦਾ ਹੈ ਜਿਨ੍ਹਾਂ ਨਾਲ ਤੁਹਾਨੂੰ ਅਸਫਲਤਾ ਹੱਥ ਲੱਗਦੀ ਹੈ। ਦੂਸਰਾ, ਆਪਣੇ ਆਪ ਨੂੰ ਬਾਰ-ਬਾਰ ਯਾਦ ਦਿਵਾਓ ਕਿ ਤੁਸੀਂ ਜਿੰਨਾ ਸਮਝਦੇ ਹੋ ਤੁਸੀਂ ਉਹ ਤੋਂ ਕਿਤੇ ਵਧੀਆ ਹੋ। ਸਫਲ ਲੋਕ ਸੁਪਰਮੈਨ ਨਹੀਂ ਹੁੰਦੇ। ਸਫਲਤਾ ਲਈ ਸੁਪਰ ਇੰਟੈਲੈਕਟ ਦਾ ਹੋਣਾ ਲਾਜ਼ਮੀ ਨਹੀਂ ਹੈ। ਨਾ ਹੀ ਸਫਲਤਾ ਲਈ ਕਿਸੇ ਜਾਦੂਈ ਸ਼ਕਤੀ ਜਾਂ ਰਹੱਸਮਈ ਤੱਤਾਂ ਦੀ ਲੋੜ ਹੁੰਦੀ ਹੈ। ਤੇ ਸਫਲਤਾ ਦਾ ਕਿਸਮਤ ਨਾਲ ਵੀ ਕੋਈ ਸੰਬੰਧ ਨਹੀਂ ਹੁੰਦਾ। ਸਫਲ ਲੋਕ ਵੀ ਆਮ ਲੋਕ ਹੀ ਹੁੰਦੇ ਹਨ, ਪਰ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਹੈ, ਆਪਣੀ ਸਮਰੱਥਾ ਤੇ ਭਰੋਸਾ ਹੈ ਤੇ ਜੋ ਮੰਨਦੇ ਹਨ ਕਿ ਉਹ ਸਫਲ ਹੋ ਸਕਦੇ ਹਨ। ਕਦੀ ਵੀ ਆਪਣੇ ਆਪ ਨੂੰ ਸਸਤੇ ਵਿੱਚ ਨਾ ਵੇਚੋ। ਤੀਸਰਾ, ਵੱਡੀ ਸੋਚ ਤੇ ਭਰੋਸਾ ਕਰੋ। ਤੁਹਾਡੀ ਸਫਲਤਾ ਦਾ ਆਕਾਰ ਕਿੰਨਾ ਵੱਡਾ ਹੋਏਗਾ ਇਹ ਤੁਹਾਡੇ ਭਰੋਸੇ ਦੇ ਆਕਾਰ ਦੇ ਅਨੁਸਾਰ ਤੈਅ ਹੋਏਗਾ। ਜੇਕਰ ਤੁਹਾਡੇ ਉਦੇਸ਼ ਛੋਟੇ ਹੋਣਗੇ ਤਾਂ ਤੁਹਾਡੀਆਂ ਉਪਲਬਧੀਆਂ ਵੀ ਛੋਟੀਆਂ ਹੋਣਗੀਆਂ।
ਜੇਕਰ ਤੁਹਾਡੇ ਉਦੇਸ਼ ਮਤਲਬ ਟੀਚੇ ਵੱਡੇ ਹੋਣਗੇ ਤਾਂ ਤੁਹਾਡੀਆਂ ਸਫਲਤਾਵਾਂ ਵੀ ਵੱਡੀਆਂ ਹੋਣਗੀਆਂ। ਇੱਕ ਗੱਲ ਕਦੇ ਨਾ ਭੁੱਲੋ, ਵੱਡੇ ਵਿਚਾਰ ਤੇ ਵੱਡੀਆਂ ਯੋਜਨਾਵਾਂ ਆਮ ਕਰਕੇ ਛੋਟੇ ਵਿਚਾਰਾਂ ਤੇ ਛੋਟੀਆਂ ਯੋਜਨਾਵਾਂ ਤੋਂ ਸੌਖੀਆਂ ਹੁੰਦੀਆਂ ਹਨ। ਜਨਰਲ ਇਲੈਕਟ੍ਰਿਕ ਕੰਪਨੀ ਦੇ ਚੇਅਰਮੈਨ ਮਿਸਟਰ ਰੋਲਫ ਜੇ ਕਾਰਡੀਨਰ ਨੇ ਲੀਡਰਸ਼ਿਪ ਕਾਨਫਰੰਸ 'ਚ ਕਿਹਾ ਸੀ, ਜੋ ਵੀ ਲੀਡਰ ਬਣਨਾ ਚਾਹੁੰਦਾ ਹੈ ਉਹਨੂੰ ਆਪਣੇ ਆਪ ਦੇ ਵਿਕਾਸ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ ਤੇ ਇਹਦੀ ਸਫਲਤਾ ਲਈ ਦ੍ਰਿੜ ਨਿਸ਼ਚਾ ਕਰ ਲੈਣਾ ਚਾਹੀਦਾ ਹੈ। ਕੋਈ ਵੀ ਕਿਸੇ ਦੂਜੇ ਵਿਅਕਤੀ ਦੀ ਉੱਨਤੀ ਲਈ ਆਦੇਸ਼ ਨਹੀਂ ਦੇ ਸਕਦਾ। ਕੋਈ ਆਦਮੀ ਦੌੜ 'ਚ ਅੱਗੇ ਰਹੇਗਾ ਜਾਂ ਪਿੱਛੇ ਰਹਿ ਜਾਏਗਾ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਦੀ ਤਿਆਰੀ ਕਿਸ ਤਰ੍ਹਾਂ ਦੀ ਹੈ। ਇੱਕ ਇਹੋ ਜਿਹੀ ਚੀਜ਼ ਹੈ ਜਿਸ ਵਿੱਚ ਸਮਾਂ ਲੱਗਦਾ ਹੈ, ਮਿਹਨਤ ਲੱਗਦੀ ਹੈ, ਇਸ 'ਚ ਤਿਆਗ ਦੀ ਲੋੜ ਵੀ ਪੈਂਦੀ ਹੈ। ਇਹ ਤੁਹਾਡੇ ਲਈ ਕੋਈ ਦੂਜਾ ਨਹੀਂ ਕਰ ਸਕਦਾ। ਮਿਸਟਰ ਕਾਰਡੀਨਰ ਦੀ ਸਲਾਹ 'ਚ ਦਮ ਹੈ ਤੇ ਇਹ ਵਿਹਾਰਿਕ ਹੈ। ਇਸ ਤੇ ਚੱਲੋ। ਜੋ ਲੋਕ ਬਿਜ਼ਨਸ ਮੈਨੇਜਮੈਂਟ, ਸੇਲਸ ਲਾਈਨ, ਇੰਜੀਨੀਅਰਿੰਗ, ਧਾਰਮਿਕ ਸੰਸਥਾਵਾਂ, ਲਿਖਣ, ਐਕਟਿੰਗ ਤੇ ਦੂਜੇ ਖੇਤਰਾਂ 'ਚ ਸਿਖਰ ਤੇ ਪੁੱਜਦੇ ਹਨ, ਉਹ ਸਵੈ ਵਿਕਾਸ ਦੀ ਯੋਜਨਾ ਤੇ ਚੱਲ ਕੇ ਹੀ ਉੱਥੇ ਪਹੁੰਚ ਪਾਏ ਹਨ। ਕਿਸੇ ਵੀ ਟ੍ਰੇਨਿੰਗ ਪ੍ਰੋਗਰਾਮ 'ਚ ਤੇ ਇਹੀ ਇਸ ਪੁਸਤਕ ਦਾ ਮਨੋਰਥ ਵੀ ਹੈ। 3 ਗੱਲਾਂ ਹੋਣੀਆਂ ਚਾਹੀਦੀਆਂ। ਇਸ ਵਿੱਚ ਸਮੱਗਰੀ ਹੋਣੀ ਚਾਹੀਦੀ ਹੈ, ਮਤਲਬ ਕੀ ਕੀਤਾ ਜਾਏ। ਦੂਜੀ ਗੱਲ ਇਹ ਕਿ ਇਸ 'ਚ ਢੰਗ ਹੋਣਾ ਚਾਹੀਦਾ ਹੈ, ਮਤਲਬ ਕਿਵੇਂ ਕੀਤਾ ਜਾਏ। ਤੇ ਤੀਜੀ ਗੱਲ ਇਹ ਕਿ ਇਹਨੂੰ ਐਸਿਡ ਟੈਸਟ 'ਚ ਖਰਾ ਉਤਰਨਾ ਚਾਹੀਦਾ, ਮਤਲਬ ਕਿ ਇਸ ਨਾਲ ਨਤੀਜਾ ਮਿਲਣਾ ਚਾਹੀਦਾ ਹੈ। ਕੀ ਕੀਤਾ ਜਾਏ, ਇਸ ਬਾਰੇ ਸਫਲਤਾ ਦਾ ਤੁਹਾਡਾ ਨਿੱਜੀ ਟ੍ਰੇਨਿੰਗ ਪ੍ਰੋਗਰਾਮ ਸਫਲ ਲੋਕਾਂ ਦੇ ਰਵੱਈਏ ਤੇ ਤਕਨੀਕਾਂ ਦੇ ਅਧਿਐਨ ਨਾਲ ਸੰਬੰਧਿਤ ਹੈ। ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸਫਲ ਬਣਾਉਂਦੇ ਹਨ, ਉਹ ਕਿਸ ਤਰ੍ਹਾਂ ਰੁਕਾਵਟਾਂ ਦਾ ਸਾਹਮਣਾ ਤੇ ਉਹਨਾਂ ਨੂੰ ਪਾਰ ਕਰਦੇ ਹਨ, ਉਹ ਕਿਸ ਤਰ੍ਹਾਂ ਦੂਜਿਆਂ ਤੋਂ ਸਨਮਾਨ ਹਾਸਲ ਕਰਦੇ ਹਨ, ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਆਮ ਲੋਕਾਂ ਨਾਲੋਂ ਨਿਖੇੜਦੀ ਹੈ, ਸਫਲ ਲੋਕ ਕਿਵੇਂ ਸੋਚਦੇ ਹਨ। ਸਵੈ ਵਿਕਾਸ ਕਿਸ ਤਰ੍ਹਾਂ ਕੀਤਾ ਜਾਏ ਵਾਲਾ ਹਿੱਸਾ ਤੁਹਾਡੀ ਕਾਰਜ ਯੋਜਨਾ ਬਣਾਏਗਾ। ਇਹ ਹਰ ਅਧਿਆਇ 'ਚ ਮਿਲੇਗਾ। ਇਸ ਨਾਲ ਕੰਮ ਨੂੰ ਦਿਸ਼ਾ ਮਿਲਦੀ ਹੈ। ਇਸ ਤੇ ਅਮਲ ਕਰੋ ਤੇ ਇਹਦੇ ਨਤੀਜਿਆਂ ਨੂੰ ਆਪਣੇ ਆਪ ਮਹਿਸੂਸ ਕਰੋ। ਤੇ ਇਸ ਪੁਸਤਕ ਵਿੱਚ ਇਸ ਟ੍ਰੇਨਿੰਗ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਭਾਵ ਨਤੀਜਿਆਂ ਤੇ ਵੀ ਧਿਆਨ ਦਿੱਤਾ ਗਿਆ ਹੈ। ਇੱਥੇ ਜਿਹੜੇ ਪ੍ਰੋਗਰਾਮ ਦਿੱਤੇ ਜਾ ਰਹੇ ਹਨ, ਜੇਕਰ ਤੁਸੀਂ ਉਹਨਾਂ ਨੂੰ ਅਮਲ 'ਚ ਲਿਆਓ ਤਾਂ ਤੁਹਾਨੂੰ ਇਹੋ ਜਿਹੀ ਸਫਲਤਾ ਮਿਲੇਗੀ, ਇੰਨੇ ਵੱਡੇ ਪੈਮਾਨੇ ਤੇ ਮਿਲੇਗੀ ਜਿਸ ਦੀ ਤੁਸੀਂ ਸੁਪਨੇ ਵਿੱਚ ਵੀ ਕਲਪਨਾ ਨਹੀਂ ਕੀਤੀ ਹੋਏਗੀ। ਸਫਲਤਾ ਦੇ ਤੁਹਾਡੇ ਨਿੱਜੀ ਟ੍ਰੇਨਿੰਗ ਪ੍ਰੋਗਰਾਮ 'ਚ ਤੁਹਾਨੂੰ ਕਈ ਫਾਇਦੇ ਹੋਣਗੇ। ਤੁਹਾਡਾ ਪਰਿਵਾਰ ਤੁਹਾਡਾ ਜ਼ਿਆਦਾ ਸਨਮਾਨ ਕਰਨ ਲੱਗੇਗਾ। ਤੁਹਾਡੇ ਮਿੱਤਰ ਤੇ ਸਹਿਯੋਗੀ ਤੁਹਾਡੀਆਂ ਸਿਫਤਾਂ ਕਰਨ ਲੱਗਣਗੇ। ਤੁਸੀਂ ਵਧੇਰੇ ਉਪਯੋਗੀ ਹੋਵੋਗੇ। ਤੁਹਾਡੇ ਕੋਲ ਸਟੇਟਸ ਹੋਏਗਾ, ਲੋਕਪ੍ਰਿਯਤਾ ਹੋਏਗੀ, ਜ਼ਿਆਦਾ ਤਨਖਾਹ ਹੋਏਗੀ ਤੇ ਤੁਸੀਂ ਚੰਗੀ ਜੀਵਨ ਸ਼ੈਲੀ ਦਾ ਆਨੰਦ ਲੈ ਪਾਓਗੇ। ਆਪਣੇ ਆਪ ਨੂੰ ਸਿਖਾਉਣ ਦਾ ਜਿੰਮਾ ਤੁਹਾਡਾ ਹੀ ਹੈ। ਕੋਈ ਦੂਜਾ ਬੰਦਾ ਤੁਹਾਡੇ ਸਿਰ ਤੇ ਖਲੋ ਕੇ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਤੁਸੀਂ ਕੀ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ। ਇਹ ਪੁਸਤਕ ਤੁਹਾਨੂੰ ਰਾਹ ਦਿਖਾਏਗੀ, ਪਰ ਤੁਸੀਂ ਤੇ ਕੇਵਲ ਤੁਸੀਂ ਆਪਣੇ ਆਪ ਨੂੰ ਸਮਝ ਸਕਦੇ ਹੋ। ਕੇਵਲ ਤੁਸੀਂ ਹੀ ਆਪਣੇ ਆਪ ਨੂੰ ਇਹ ਆਦੇਸ਼ ਦੇ ਸਕਦੇ ਹੋ ਕਿ ਤੁਸੀਂ ਇਸ ਪੁਸਤਕ 'ਚ ਦਿੱਤੇ ਗਏ ਸਿਧਾਂਤਾਂ ਤੇ ਚੱਲੋਗੇ। ਕੇਵਲ ਤੁਸੀਂ ਆਪਣੀ ਉੱਨਤੀ ਦਾ ਮੁਲਾਂਕਣ ਕਰ ਸਕਦੇ ਹੋ। ਜਦੋਂ ਵੀ ਤੁਸੀਂ ਆਪਣੇ ਰਾਹ ਤੋਂ ਥੋੜਾ ਜਿਹਾ ਵੀ ਭਟਕ ਜਾਓ ਤਾਂ ਕੇਵਲ ਤੁਸੀਂ ਹੀ ਆਪਣੀ ਗਲਤੀ ਨੂੰ ਸੁਧਾਰ ਕੇ ਸਹੀ ਰਾਹ ਤੇ ਆ ਸਕਦੇ ਹੋ। 100 ਗੱਲਾਂ ਦੀ ਇੱਕੋ ਗੱਲ। ਤੁਹਾਨੂੰ ਹੀ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਪਏਗਾ ਕਿ ਤੁਸੀਂ ਵੱਡੀ ਤੋਂ ਵੱਡੀ ਸਫਲਤਾ ਹਾਸਲ ਕਰ ਸਕੋ। ਤੁਹਾਡੇ ਕੋਲ ਪਹਿਲਾਂ ਤੋਂ ਹੀ ਇੱਕ ਇਹੋ ਜਿਹੀ ਪ੍ਰਯੋਗਸ਼ਾਲਾ ਹੈ ਜਿਸ ਵਿੱਚ ਤੁਸੀਂ ਕੰਮ ਤੇ ਅਧਿਐਨ ਕਰਦੇ ਹੋ। ਤੁਹਾਡੀ ਲੈਬ ਤੁਹਾਡੇ ਨੇੜੇ ਤੇੜੇ ਹੀ ਹੈ। ਤੁਹਾਡੀ ਲੈਬ 'ਚ ਇਨਸਾਨ ਰਹਿੰਦੇ ਹਨ। ਇਸ ਲੈਬ 'ਚ ਮਾਨਵੀ ਕਾਰਜਾਂ ਦੇ ਹਰ ਤਰ੍ਹਾਂ ਦੇ ਉਦਾਹਰਣ ਮੌਜੂਦ ਹਨ। ਜੇਕਰ ਤੁਸੀਂ ਆਪਣੀ ਇਸ ਲੈਬ 'ਚ ਆਪਣੇ ਆਪ ਨੂੰ ਇੱਕ ਵਿਗਿਆਨਕ ਸਮਝ ਲਓ ਤਾਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਕੁਝ ਖਰੀਦਣਾ ਨਹੀਂ ਪੈਂਦਾ, ਇਹਦਾ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ, ਇੱਥੇ ਕਿਸੇ ਤਰ੍ਹਾਂ ਦੀ ਫੀਸ ਵੀ ਨਹੀਂ ਲੱਗਦੀ ਤੇ ਤੁਸੀਂ ਇਸ ਲੈਬ ਦਾ ਇਸਤੇਮਾਲ ਮੁਫਤ ਵਿੱਚ ਕਰ ਸਕਦੇ ਹੋ। ਆਪਣੀ ਲੈਬ ਦੇ ਡਾਇਰੈਕਟਰ ਦੇ ਰੂਪ 'ਚ ਤੁਹਾਨੂੰ ਉਹੀ ਕਰਨਾ ਪਏਗਾ ਜੋ ਹਰ ਵਿਗਿਆਨਕ ਕਰਦਾ ਹੈ। ਤੁਹਾਨੂੰ ਨਿਰੀਖਣ ਮਤਲਬ ਪੜਚੋਲ ਤੇ ਪ੍ਰਯੋਗ ਕਰਨੇ ਹੋਣਗੇ
ਕੀ ਤੁਹਾਨੂੰ ਇਸ ਗੱਲ ਤੇ ਹੈਰਾਨੀ ਨਹੀਂ ਹੁੰਦੀ ਕਿ ਸਾਡੇ ਚਾਰੇ ਪਾਸੇ ਜ਼ਿੰਦਗੀ ਭਰ ਇੰਨੇ ਸਾਰੇ ਲੋਕ ਰਹਿੰਦੇ ਆ, ਫਿਰ ਵੀ ਜ਼ਿਆਦਾਤਰ ਲੋਕ ਇਹ ਨਹੀਂ ਜਾਣ ਪਾਉਂਦੇ ਕਿ ਇਨਸਾਨ ਦੇ ਵਿਹਾਰ ਦੇ ਪਿੱਛੇ ਕੀ ਕਾਰਨ ਹੁੰਦੇ ਆ। ਜ਼ਿਆਦਾਤਰ ਲੋਕ ਇਹ ਜਾਣਦੇ ਹੀ ਨਹੀਂ ਕਿ ਪੜਚੋਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਇਸ ਪੁਸਤਕ ਦਾ ਇੱਕ ਮਹੱਤਵਪੂਰਨ ਉਦੇਸ਼ ਤੁਹਾਨੂੰ ਇਹ ਸਿਖਾਉਣਾ ਵੀ ਹੈ ਕਿ ਤੁਸੀਂ ਨਿਰੀਖਣ ਕਿਵੇਂ ਕਰੋ, ਇਨਸਾਨ ਦੇ ਕੰਮਾਂ ਦੇ ਪਿੱਛੇ ਛਿਪੇ ਕਾਰਨਾਂ ਨੂੰ ਕਿਸ ਤਰ੍ਹਾਂ ਸਮਝੋ। ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹੋ, ਇਸ ਤਰ੍ਹਾਂ ਕਿਉਂ ਹੈ ਕਿ ਜੌਨ ਇੰਨਾ ਸਫਲ ਹੈ ਜਦਕਿ ਟੌਮ ਸਿਰਫ ਦਿਨ ਗੁਜ਼ਾਰ ਰਿਹਾ ਹੈ। ਕੁਝ ਲੋਕਾਂ ਦੇ ਇੰਨੇ ਮਿੱਤਰ ਕਿਉਂ ਹੁੰਦੇ ਹਨ ਜਦੋਂ ਕਿ ਕਈ ਲੋਕਾਂ ਦੇ ਬੜੇ ਹੀ ਘੱਟ। ਲੋਕ ਇੱਕ ਆਦਮੀ ਦੀ ਕਹੀ ਗੱਲ ਤੇ ਭਰੋਸਾ ਕਿਉਂ ਕਰ ਲੈਂਦੇ ਹਨ ਜਦਕਿ ਉਹ ਕਿਸੇ ਦੂਜੇ ਆਦਮੀ ਦੀ ਕਹੀ ਹੋਈ ਉਸੇ ਗੱਲ ਤੇ ਭਰੋਸਾ ਨਹੀਂ ਕਰਦੇ। ਇੱਕ ਵਾਰ ਤੁਸੀਂ ਟ੍ਰੇਨਡ ਹੋ ਜਾਓ ਤਾਂ ਤੁਹਾਨੂੰ ਸਿਰਫ ਪੜਚੋਲ ਕਰਨ ਦੇ ਹੀ ਸਰਲ ਤਰੀਕਿਆਂ ਨਾਲ ਬਹੁਮੁੱਲੇ ਸਬਕ ਵੀ ਸਿੱਖਣ ਨੂੰ ਮਿਲਣਗੇ। ਇੱਥੇ 2 ਵਿਸ਼ੇਸ਼ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੇ ਰਾਹੀਂ ਤੁਸੀਂ ਨਿਰੀਖਣ ਕਰਨ ਦੀ ਕਲਾ ਸਿੱਖ ਸਕਦੇ ਹੋ। ਤੁਸੀਂ ਆਪਣੇ ਆਲੇ ਦੁਆਲੇ ਦੇ 2 ਸਭ ਤੋਂ ਵੱਧ ਸਫਲ ਤੇ ਸਭ ਤੋਂ ਵੱਧ ਅਸਫਲ ਵਿਅਕਤੀਆਂ ਨੂੰ ਅਧਿਐਨ ਲਈ ਚੁਣੋ। ਫਿਰ ਜਿਵੇਂ ਜਿਵੇਂ ਤੁਸੀਂ ਇਸ ਪੁਸਤਕ ਪੜ੍ਹਦੇ ਜਾਓ, ਇਹ ਦੇਖੋ ਕਿ ਤੁਹਾਡਾ ਸਫਲ ਦੋਸਤ ਕਿਸ ਤਰ੍ਹਾਂ ਸਫਲਤਾ ਦੇ ਅਸੂਲਾਂ ਤੇ ਚੱਲਦਾ ਹੈ। ਇਹ ਵੀ ਦੇਖੋ ਕਿ ਤੁਸੀਂ ਕਿਵੇਂ ਇਹਨਾਂ ਦੋਨਾਂ ਲੋਕਾਂ ਦੇ ਅਧਿਐਨ ਕਰਦਿਆਂ ਆਪਣੇ ਆਪ ਇਸ ਪੁਸਤਕ 'ਚ ਦਿੱਤੇ ਗਏ ਸਿਧਾਂਤਾਂ ਦੀ ਸੱਚਾਈ ਦੀ ਪਰਖ ਕਰ ਸਕੋਗੇ। ਦੂਜੇ ਬੰਦੇ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਵਿੱਚ ਤੁਹਾਨੂੰ ਸਫਲਤਾ ਦੇ ਸਿਧਾਂਤ ਨੂੰ ਅਜ਼ਮਾਉਣ ਦਾ ਮੌਕਾ ਮਿਲਦਾ ਹੈ। ਤੁਹਾਡਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਸਫਲਤਾ ਦੀ ਕਾਰਜ ਯੋਜਨਾ ਬਣਾਉਣ ਦੀ ਆਦਤ ਪਾ ਲਓ। ਤੁਸੀਂ ਜਿੰਨਾ ਜ਼ਿਆਦਾ ਅਭਿਆਸ ਕਰੋਗੇ ਉਨੀ ਛੇਤੀ ਸਫਲ ਹੋਗੇ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਮਿੱਤਰ ਹੁੰਦੇ ਹਨ ਜਿਨ੍ਹਾਂ ਨੂੰ ਬਾਗਬਾਨੀ ਦਾ ਸ਼ੌਕ ਹੁੰਦਾ ਹੈ ਤੇ ਅਸੀਂ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣੀਆਂ। ਅਸੀਂ ਸਾਰਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣੀਆਂ। ਬੂਟਿਆਂ ਨੂੰ ਵੱਧਦੇ ਵੇਖਣਾ ਕਿੰਨਾ ਰੋਮਾਂਚਿਕ ਹੁੰਦਾ ਹੈ। ਕਿਸ ਤਰ੍ਹਾਂ ਖਾਦ ਪਾਣੀ ਦੇਣ ਨਾਲੋਂ ਤੇਜ਼ੀ ਨਾਲ ਵੱਧਦੇ ਹੈ। ਪਿਛਲੇ ਹਫ਼ਤੇ ਉਹ ਜਿੰਨੇ ਵੱਡੇ ਸੀ ਅੱਜ ਉਸ ਤੋਂ ਕਿੰਨੇ ਜ਼ਿਆਦਾ ਵੱਡੇ ਹੋ ਗਏ ਹਨ। ਨਿਸ਼ਚਿਤ ਤੌਰ ਤੇ ਜਦ ਮਨੁੱਖ ਸੁਚੇਤ ਹੋ ਕੇ ਕੁਦਰਤ ਨਾਲ ਤਾਲਮੇਲ ਕਰ ਲੈਂਦਾ ਹੈ ਤਾਂ ਇਹਦੇ ਨਤੀਜੇ ਰੋਮਾਂਚਕ ਹੁੰਦੇ ਹਨ। ਪਰ ਜੇ ਤੁਸੀਂ ਸੁਚੇਤ ਹੋ ਕੇ ਵਿਚਾਰ ਮੈਨੇਜਮੈਂਟ ਪ੍ਰੋਗਰਾਮ ਤੇ ਚੱਲੋਗੇ ਤਾਂ ਇਹਦੇ ਨਤੀਜੇ ਉਹ ਤੋਂ 10 ਗੁਣਾ ਜ਼ਿਆਦਾ ਰੋਮਾਂਚਕ ਹੋਣਗੇ। ਇਹ ਦੇਖਣਾ ਕਿੰਨਾ ਚੰਗਾ ਹੋਏਗਾ ਕਿ ਤੁਸੀਂ ਹਰ ਮਹੀਨੇ ਹਰ ਦਿਨ ਜ਼ਿਆਦਾ ਆਤਮ ਵਿਸ਼ਵਾਸੀ, ਜ਼ਿਆਦਾ ਪ੍ਰਭਾਵਸ਼ਾਲੀ, ਜ਼ਿਆਦਾ ਸਫਲ ਬਣਦੇ ਜਾਓ। ਜੀਵਨ 'ਚ ਕੋਈ ਦੂਜੀ ਚੀਜ਼ ਤੁਹਾਨੂੰ ਇੰਨੀ ਸੰਤੁਸ਼ਟੀ ਨਹੀਂ ਦੇ ਸਕਦੀ ਜਿੰਨੀ ਇਹ ਜਾਣਨਾ ਕਿ ਤੁਸੀਂ ਸਫਲਤਾ ਤੇ ਉਪਲਬਧੀ ਦੀ ਠੀਕ ਰਾਹ ਤੇ ਚੱਲ ਰਹੇ ਹੋ। ਤੇ ਇਸ ਰਾਹ ਤੇ ਚੱਲਣ ਲਈ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਤੁਸੀਂ ਆਪਣੀ ਸਮਰੱਥਾ ਦਾ ਵੱਧ ਤੋਂ ਵੱਧ ਲਾਭ ਉਠਾ ਸਕੋ। ਧੰਨਵਾਦ।